नमस्कार ओम शांति सतगुरु करता पुरख से ਤੁਹਾਡਾ स्वागत है। ਅਸੀਂ ਫਿਰ ਤੁਹਾਡੇ ਵਰਗੋਂ ਲੈ ਕੇ ਆਏ ਹਾਂ ਨਏ ਸਵਾਲ। ਆइए स्वागत ਕਰਦੇ ਹਾਂ ਸਾਡੇ ਨਿਰਵੈਰ ਭਾਈ ਜੀ ਦਾ। ਭਾਈ ਜੀ ਤੁਹਾਡਾ ਇਸ कार्यक्रम 'ਚ ਬਹੁਤ ਧੰਨਵਾਦ। ओम शांति ਭਾਜੀ ਪਿਛਲੇ ਕੁਝ ਐਪੀਸੋਡ 'ਚ ਤੁਹਾਡੇ ਵਰਗੋਂ ਇੱਕ ਗੱਲ ਕੀਤੀ थी कमल पुष्प सम्मान ਤੇ ਉਹ ਐਪੀਸੋਡ ਸਾਡਾ ਇੱਕ ਮਾਤਾ ਨੇ ਦੇਖਿਆ था ਉਹ ਲੁਧਿਆਣਾ ਤੇ ਹੈ। ਉਹ ਹਾਲੇ ਮਾਤਾ ਵੀ ਨਹੀਂ ਬੋਲੇ ਇੱਕ ਕੁੜੀ ਹੈ ਉਹ ਨਈ ਸ਼ਾਦੀ ਹੋਈ ਹੁੰਦੀ ਤਾਂ ਉਹ ਬੋਲਦੇ ਕਿ ਮੈਨੂੰ ਵਿਆਹ ਕਰਦੇ 6 ਮਹੀਨੇ ਹੋ ਗਏ ਲੇਕਿਨ ਮੈਨੂੰ ਇਹ ਗਿਆਨ ਪਹਿਲੇ ਤੇ ਹੀ ਮਿਲਿਆ ਹੋਇਆ था ਔਰ ਮੈਂ ਆਪਣੇ ਜਿਹੜੇ ਪਤੀ ਹੈ ਮੇਰੇ ਮੈਂ ਉਹਨਾਂ ਨੂੰ ਵੀ ਧੀਰੇ ਧੀਰੇ ਗਿਆਨ 'ਚ ਲੈ ਕੇ ਆਈ ਲੇਕਿਨ ਮੇਰੇ ਪਰਿਵਾਰ ਵਾਲੇ ਮੈਨੂੰ ਜ਼ਬਰਦਸਤੀ ਕਰਦੇ ਕਿ ਮੈਂ ਮਤਲਬ ਅੱਗੇ ਆਪਣਾ ਇਹ ਜਿਹੜਾ 5 ਵਿਕਾਰਾਂ 'ਚ ਇੱਕ ਵਿਕਾਰ ਹੈ ਜਿਹੜਾ ਆਉਂਦਾ ਮੈਂ ਉਹਨੂੰ ਨਹੀਂ ਫੋਲੋ ਕਰਨਾ ਚਾਹੁੰਦੀ ਤੇ ਮੇਰਾ ਪਤੀ ਵੀ ਮੈਨੂੰ ਸਹਿਯੋਗ ਦਿੰਦਾ ਤਾਂ ਕਿੱਦਾਂ ਮੈਂ ਆਪਣੇ ਪਰਿਵਾਰ 'ਚ ਰਹਿ ਕੇ ਉਹਨੂੰ ਇਸ ਬਾਰੇ ਤੇ ਅਲੱਗ ਕਰਾਂ। ਆਮ ਜੋ ਮਾਹੌਲ ਹੈ ਦੁਨੀਆ 'ਚ ਖਾਸ ਕਰ ਪੰਜਾਬ 'ਚ ਲੋਕਾਂ ਦੀ ਵਿਆਹ ਸ਼ਾਦੀ ਦੇ ਬਾਰੇ 'ਚ ਦ੍ਰਿਸ਼ਟੀਕੋਣ ਕੀ ਰਹਿੰਦਾ ਹੈ। ਵੈਸੇ ਤੁਸੀਂ ਦੇਖੋ ਪੰਜਾਬ 'ਚ ਜਦੋਂ ਸ਼ਾਦੀਆਂ ਹੁੰਦੀਆਂ ਤਾਂ ਉਸ ਵੇਲੇ ਖਾਸ ਕਰ ਜੋ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਨੇ ਤੇ ਖਾਸ ਅਖੰਡ ਪਾਠ ਰੱਖਦੇ ਹੈ ਜਾਂ ਪਾਠ ਰੱਖਦੇ ਹੈ ਔਰ 7 ਫੇਰੇ ਵੀ ਉਹ ਦਰਬਾਰ ਸਾਹਿਬ ਦੇ ਇਰਦ ਗਿਰਦ ਹੁੰਦੇ ਆ ਔਰ ਉਸ ਵੇਲੇ ਦੇਖੋ ਸਿੱਖਿਆ ਕਿਹੜੀ ਮਿਲਦੀ ਹੈ ਸਭ ਨੂੰ ਖਾਸ ਕਰ ਜਿਨ੍ਹਾਂ ਨੇ ਤੈਅ ਕੀਤਾ ਕਿ ਅਸੀਂ ਆਪਣਾ ਜੀਵਨ ਜਿਹੜਾ ਅਸੀਂ ਇਕੱਠੇ ਰਹਿ ਕਰਕੇ ਬਤੀਤ ਕਰਾਂਗੇ लेकिन क्योंकि ज्ञान नहीं है समझ नहीं है तो वो एक जो उस वेले साढ़े आदरणीय ज्ञानी जी या बजुर्ग जो भी शिक्षा देंदे है वो थोड़े दिन तो बाद भुल जाती है और मैनू याद आउंदा मेरे वड्डे ब्रदर ਉਹਨਾਂ ਦੀ ਸ਼ਾਦੀ ਸੀ ਮੈਂ 1964 ਦੀ ਗੱਲ ਕਰ ਰਿਹਾ ਅੰਮ੍ਰਿਤਸਰ 'ਚ ਸ਼ਾਦੀ ਹੋਈ ਸੀ ਔਰ ਉਸ ਵੇਲੇ ਕਿਉਂਕਿ ਮੈਂ ਈਸ਼ਵਰੀ ਗਿਆਨ ਔਰ ਸਹਿਜ ਰਾਜ ਯੋਗ ਦੀ ਸਿੱਖਿਆ ਬੰਬੇ 'ਚ ਲੈ ਰਿਹਾ ਸੀ ਉਸ ਤੋਂ ਬਾਅਦ ਜਲੰਧਰ ਆਇਆ ਸੀ ਅਤੇ ਮੈਂ ਉਹਨਾਂ ਦੀ ਸ਼ਾਦੀ 'ਚ ਸ਼ਾਮਿਲ ਹੋਇਆ ਸੀ ਅੰਮ੍ਰਿਤਸਰ ਅਤੇ ਭਰਾ ਜੀ ਵੀ ਬਹੁਤ ਖੁਸ਼ ਉਹਨਾਂ ਦੇ ਸਸੁਰਾਲ ਵਾਲੇ ਵੀ ਬਹੁਤ ਖੁਸ਼ ਕਿ ਸਾਡੇ ਘਰ ਦੇਖੋ ਸੰਤ ਆਏ ਨੇ ਔਰ ਜੋ ਮੈਂ ਕਿਹਾ ਉਹਨਾਂ ਨੇ ਉਸ ਗੱਲ ਨੂੰ ਸਵੀਕਾਰ ਕੀਤਾ ਮੈਂ ਕਿਹਾ ਮੈਂ ਬਈ ਦੇਖੋ ਫਲ ਔਰ ਦੁੱਧ ਲਾਂਗਾ ਤੁਹਾਡੇ ਕੋਲ ਹੋਰ ਕੁਛ ਨਹੀਂ ਉਹਨਾਂ ਨੇ ਬੜੇ ਪਿਆਰ ਨਾਲ ਸਵੀਕਾਰ ਕੀਤਾ ਕਿ ਤੁਹਾਨੂੰ ਜੋ ਠੀਕ ਲੱਗੇ ਤੁਸੀਂ ਆ ਗਏ ਸਾਡੇ ਲਈ ਇਹੀ ਬਹੁਤ ਵੱਡੀ ਗੱਲ ਹੈ ਅਤੇ ਜਦੋਂ ਉਹਨਾਂ ਦੇ ਸਵੇਰ ਦਾ ਟਾਈਮ ਫੇਰੇ ਲੈਣ ਦਾ ਟਾਈਮ ਸੀ ਉਸ ਵੇਲੇ ਮੈਂ ਆਪਣੇ ਸੇਵਾ ਕੇਂਦਰ ਤੋਂ ਲਾਰੈਂਸ ਰੋਡ ਅੰਮ੍ਰਿਤਸਰ ਉਸ ਸੇਵਾ ਕੇਂਦਰ ਤੋਂ ਜਿੱਥੇ ਸ਼ਾਦੀ ਸੀ ਉਸ ਸਥਾਨ 'ਤੇ ਜਾਣਾ ਸੀ ਅਤੇ ਮੈਂ ਸਿਸਟਰਸ ਨੂੰ ਕਿਹਾ ਕਿ ਤੁਸੀਂ ਮੇਰੇ ਨਾਲ ਚਲੋ ਰਾਜ ਬਹਿਨ ਜੋ ਅੱਜ ਕੱਲ੍ਹ ਕਾਠਮੰਡੂ ਰਹਿੰਦੀ ਹੈ ਔਰ ਉਹਨਾਂ ਦੀ ਛੋਟੀ ਸਿਸਟਰ ਉਹ ਦੋਨੋਂ ਹੀ ਮੇਰੇ ਨਾਲ ਵਿਆਹ ਜਿੱਥੇ ਹੋ ਰਿਹਾ ਸੀ
ਉੱਥੇ ਮੇਰੇ ਨਾਲ ਚੱਲੇ ਔਰ ਉੱਥੇ ਭਾਈ ਸਾਹਿਬ ਨੇ ਮੈਨੂੰ ਕਿਹਾ ਵੀ ਤੁਸੀਂ ਕੁਝ ਬੋਲਣਗੇ ਹੋ। ਮੈਂ ਕਿਹਾ ਮੈਂ ਨਹੀਂ, ਇਹ ਭੈਣਾਂ ਆਈਆਂ ਮੇਰੇ ਨਾਲ, ਇਹਨਾਂ ਦਾ ਤੁਸੀਂ ਕੁਝ ਪ੍ਰੋਗਰਾਮ ਰੱਖ ਲਓ। ਔਰ ਰਾਜ ਬੈਨ ਦਾ ਪ੍ਰਵਚਨ ਰੱਖਿਆ ਉਹਨਾਂ ਨੇ, और राज बहन ने इतना अच्छा सुनाया कि घर गृहस्थ च रहन वालियां दा जीवन दा लक्ष्य की चाहिदा है। बहुत उच्चा लक्ष्य दस्या कि जदों शादी हुंदी है तो उस वेले लड़की नूं इस तरह सजाउंदे है जिस तरह श्री लक्ष्मी दी तरह, और लड़के नूं इस तरह सजाउंदे आ जिस तरह श्री नारायण दी तरह। तो उन्होंने बड़े प्यार नाल सुनाया कि ये शादी दे समय जिहड़ा स्वरूप हुंदा है, जदों शादी करके बहू नूं लै करके आउंदे आ तो उहदे ससुराल वाले भी बड़े खुश हुंदे आ कि साडे घर लक्ष्मी आई है। लेकिन कदी किसी ने ये नहीं सोचा कि सचमुच असी कोई इहो जिहा पुरुषार्थ करिए, कोई इहो जी पढ़ाई करिए कि असी सचमुच श्री लक्ष्मी श्री नारायण की तरह देवी देवता बन सकते हैं। ये किसी ने दस्या नहीं सी सानू। इस करके तुसी जानते हो पहले दिन सब बहुत खुश होंदे आ, बड़ा ही माहौल बड़ा रमणीक हुंदा, खुशहाल हुंदे सब। लेकिन फिर बाद च आहिस्ता आहिस्ता दुनियादारी च इस तरह बिजी हो जाते, वो भुल जाता ही सारा कि असी शादी दे टाइम संतां तो की सुनिया सी, ज्ञानी जी तो की सुनिया सी, गुरबाणी च की सुनिया सी, वो भुल जाता सारा। लेकिन ये जड़ा प्रोग्राम एक होया उहदे च मैं देखा कि वो भैणां ने इतना स्पष्ट करके सुनाया कि मनुष्य जीवन का लक्ष्य की है। मनुष्य जीवन का लक्ष्य है नर तो श्री नारायण बनना, नारी तो श्री लक्ष्मी बनना। और गुरबाणी च भी ये शब्द आउंदे आ, मानुष ते देवता किए करत न लागे वार। तो वो प्रैक्टिकल कदों होएगा? तो उहदे वास्ते फिर उन्होंने ईश्वरी ज्ञान का जिहड़ा खास मेन सार है कि इस वेले सानू मतलब जो भी इस वेले ईश्वरी ज्ञान और सहज राजयोग का थोड़ा जिहा भी स्टडी करते हैं, वो परमात्मा दे बच्चे भी हैं, स्टूडेंट भी हैं, ईश्वरी ज्ञान की पढ़ाई करते हैं। और जिस पढ़ाई नाल वो योग्यता आउंदी है मनुष्य कि वो देवता समान बन जाते हैं। सर्वगुण संपन्न, 16 कला संपूर्ण निर्विकारी, मर्यादा पुरुषोत्तम, अहिंसा परमो धर्म। ये देवी देवतियां की महिमा हैगी है। तो इहो जे अगर बन सकते हैं तो फिर तो वो ईश्वरी ज्ञान के अनुसार पढ़ाई दे टाइम ते, जिस तरह लौकिक पढ़ाई च भी जदों पढ़ी दा तो उस वेले होर कोई जिम्मेदारियां अपने ऊपर नहीं होंदियां। स्टूडेंट लाइफ मौज दी लाइफ हुंदी। इस तरह ही भावें शादी तो बाद बच्चे कट्ठे रहिंदे आ, लड़की लड़का दोनों कट्ठे रहिंदे आ, सब कुछ है, लेकिन ज्ञान के आधार पर दृष्टिकोण बदल जाता है। आत्मिक रूप च एक दो नूं देखते हैं और उहदे नाल एक लक्ष्य रहिंदा कि असी श्री लक्ष्मी श्री नारायण की तरह अपना जीवन बनाउणा ही। उहदे वास्ते वो फिर ईश्वरी ज्ञान और सहज राजयोग की तपस्या च अपना टाइम दिंदे ने। हालांकि दूसरे धर्मां च मैं देखा, जैन समाज च बच्चे वड्डे हुंदे, शादी का टाइम हुंदा ही, लेकिन उस वेले वो अपना फैसला कर लेंदे, असी ते
ਸੰਨਿਆਸ ਕਰਕੇ ਜੈਨ ਮੁਨੀ ਬਣ ਜਾਣਾ ਜੀ। ਇੱਧਰ ਗੁਜਰਾਤ 'ਚ ਬਹੁਤ ਹੁੰਦਾ ਜੀ, ਰਾਜਸਥਾਨ 'ਚ ਬਹੁਤ ਹੁੰਦਾ ਜੀ, ਹੋਰ ਵੀ ਕਈ ਜਗ੍ਹਾ। ਤੇ ਜੋ ਕੋਈ ਈਸ਼ਵਰੀ ਗਿਆਨ ਲੈਂਦੇ ਨੇ ਬ੍ਰਹਮਾ ਕੁਮਾਰੀ ਸੈਂਟਰ ਤੋਂ ਲੈਂਦੇ ਆ, ਤੇ ਉਹ ਕੋਈ ਘਰ ਨਹੀਂ ਛੱਡਦੇ, ਆਪਣਾ ਕਾਰੋਬਾਰ ਨਹੀਂ ਛੱਡਦੇ, ਕੁਛ ਨਹੀਂ। ਲੇਕਿਨ ਜੋ ਲਕਸ਼ ਜਿਸ ਦਿਨ ਸ਼ਾਦੀ ਕੀਤੀ, ਜੋ ਉਸ ਵੇਲੇ ਉਹਨਾਂ ਨੂੰ ਸਿੱਖਿਆ ਮਿਲੀ, ਉਹਦੇ ਅਨੁਸਾਰ ਆਪਣੀ ਜੀਵਨ ਨੂੰ ਬੜਾ ਸ੍ਰੇਸ਼ਟ ਬਣਾ ਕਰਕੇ ਚੱਲਦੇ ਨੇ। ਔਰ ਉਹਦੇ ਨਾਲ ਉਹਨਾਂ ਦੇ ਦਿਲ 'ਚ ਇੱਕ ਬੜੀ ਉੱਚ ਭਾਵਨਾ ਪੈਦਾ ਹੁੰਦੀ ਹੈ ਕਿ ਅਸੀਂ ਸੰਸਾਰ 'ਚ ਇਤਨੇ ਲੋਕ ਹੈਗੇ ਆ, ਦੁਖੀ ਹੈਗੇ ਆ, ਅਸ਼ਾਂਤ ਹੈਗੇ ਆ, ਤੇ ਅਸੀਂ ਉਹਨਾਂ ਦੀ ਸੇਵਾ ਕਰੀਏ, ਉਹਨਾਂ ਦਾ ਦੁੱਖ ਨਿਵਾਰਨ ਕਰੀਏ। ਤੇ ਜਿੰਨਾ ਹੋ ਸਕੇ ਅਸੀਂ ਆਪਣਾ ਟਾਈਮ, ਤੇ ਦੇਖੋ ਅਗਰ ਤੁਸੀਂ ਸ਼ਾਦੀ ਤੋਂ ਬਾਅਦ ਇੱਕ ਬੱਚਾ, 2 ਬੱਚੇ, ਉਹਨਾਂ ਵਾਸਤੇ ਹੀ ਟਾਈਮ ਸਾਰਾ ਦੇ ਦਿੱਤਾ ਤੇ ਲਿਮਿਟ ਰਹਿੰਦੀ ਹੈ। ਔਰ ਜਦੋਂ ਤੁਸੀਂ ਇਹ ਈਸ਼ਵਰੀ ਸੇਵਾ 'ਚ ਲੱਗੇ ਦੋਨੋਂ, ਤੇ ਦੱਸੋ ਕਿੰਨੇ ਬੱਚੇ ਹੋ ਜਾਣਗੇ ਤੁਹਾਡੇ। ਅਸੀਂ ਦੇਖਿਆ ਸਾਡੇ ਕੋਲ ਪਵਿੱਤਰ ਯੁਗਲ ਹੈਗੇ ਨੇ ਦਿੱਲੀ 'ਚ, ਸ਼ੁਕਲਾ ਬਹਿਨ ਔਰ ਸੁੰਦਰ ਲਾਲ ਭਾਈ, ਉਹਨਾਂ ਦਾ ਵੀ ਵਿਆਹ ਅੰਮ੍ਰਿਤਸਰ ਹੋਇਆ ਸੀ। ਇਸੇ ਤਰ੍ਹਾਂ ਹੀ ਸਾਡੇ ਬੰਬੇ 'ਚ ਰਮੇਸ਼ ਭਾਈ ਊਸ਼ਾ ਬਹਿਨ ਸੀ। ਇਸ ਤਰ੍ਹਾਂ ਹੋਰ ਕਈ ਜਗ੍ਹਾ 'ਤੇ ਗੰਧਰਵੀ ਵਿਵਾਹ ਕਹਿੰਦੇ ਆ ਉਹਨਾਂ ਨੂੰ, ਪਵਿੱਤਰ ਜੀਵਨ ਬਤੀਤ ਕਰਨ ਵਾਸਤੇ। ਜਿਸ ਤਰ੍ਹਾਂ ਰਿਸ਼ੀ ਮੁਨੀ ਆਪਣੇ ਜਦੋਂ ਆਸ਼ਰਮ 'ਚ ਰਹਿੰਦੇ ਸੀ, ਤੇ ਉਹ ਰਿਸ਼ੀ ਕਿਤਨੇ ਬੱਚਿਆਂ ਦੀ ਸੇਵਾ ਕਰਦੇ ਸੀ ਐਜੂਕੇਸ਼ਨ ਦੇ ਜ਼ਰੀਏ। ਔਰ ਰਹਿੰਦੇ ਕਿਸ ਤਰ੍ਹਾਂ ਸੀ, ਜੋ ਮਾਤਾ ਜੀ ਉਹ ਗੁਰੂਕੁਲ ਦੀ ਮਾਤਾ ਕਹਾਉਂਦੀ ਸੀ, ਔਰ ਜੋ ਸੰਤ ਥੇ ਰਿਸ਼ੀ ਮੁਨੀ ਉਹ ਗੁਰੂ ਜੀ ਕਹਿਲਾਉਂਦੇ ਸੀ। ਹੁਣ ਇਹ ਬਹੁਤ ਵੱਡੀਆਂ ਗੱਲਾਂ ਹੀ ਮੈਂ ਜਾਣਦਾ ਹੀ, ਲੇਕਿਨ ਆਮ ਤੌਰ 'ਤੇ ਤੁਸੀਂ ਦੇਖਣਗੇ ਕਿ ਅਗਰ ਸਾਡੇ ਘਰਾਂ 'ਚ, ਖਾਸ ਕਰ ਮੈਂ ਅਕਾਲੀ ਘਰ ਤੋਂ ਹੈ, ਮੈਨੂੰ ਪਤਾ ਹੀ, ਅਗਰ ਕੋਈ ਸ਼ਾਦੀ ਦੇ ਟਾਈਮ 'ਤੇ ਹੀ ਅੰਮ੍ਰਿਤ ਛਕ ਲੈਂਦਾ ਹੀ, ਔਰ ਇਹ ਦੋਨੋਂ ਪਤੀ ਪਤਨੀ ਇਹ ਆਪਣਾ ਇੱਕ ਨਿਸ਼ਚੈ ਕਰ ਲੈਂਦੇ ਆ ਕਿ ਅਸੀਂ ਆਪਣਾ ਸਾਰਾ ਜੀਵਨ ਜਿਹੜਾ ਉਹ ਈਸ਼ਵਰ ਭਜਨ 'ਚ ਅਥਵਾ ਗੁਰਬਾਣੀ ਦੇ ਜਾਪ 'ਚ ਔਰ ਦੁਨੀਆ ਦੀ ਸੇਵਾ ਕਰਨ ਵਾਸਤੇ ਪਵਿੱਤਰ ਜੀਵਨ ਰੱਖਣਾ ਹੀ, ਤੇ ਉਹ ਅੰਮ੍ਰਿਤ ਛਕ ਲੈਂਦੇ ਉਸੇ ਵੇਲੇ ਹੀ। ਦੱਸੋ, ਇਹੋ ਜਿਹੇ ਮਿਸਾਲ ਵੀ ਸਾਡੇ ਪੰਜਾਬ 'ਚ ਬਹੁਤ ਹੈਗੇ ਆ। ਤੇ ਉਹਨਾਂ ਦਾ ਜੀਵਨ ਦੇਖ ਕਰਕੇ ਲੋਕ ਸਭ ਉਹਨਾਂ ਨੂੰ ਪੈਰੀ ਪੈਂਦੇ ਆ, ਹੱਥ ਜੋੜਦੇ ਆ, ਉਹਨਾਂ ਦੀ ਇੱਜ਼ਤ ਕਰਦੇ ਆ, ਉਹਨਾਂ ਦਾ ਬੜਾ ਖਿਆਲ ਰੱਖਦੇ ਆ ਹਰ ਤਰ੍ਹਾਂ ਨਾਲ। ਤੇ ਇਸ ਕਰਕੇ ਜੋ ਵੀ ਕੋਈ ਬ੍ਰਹਮਾ ਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲੇ 'ਚ ਆਉਂਦੇ, ਤੇ ਉਹਨਾਂ ਨੂੰ ਸਿੱਖਿਆ ਹੀ ਮਿਲਦੀ ਹੈ ਕਿ ਜੋ ਅਸੀਂ ਵਾਹਿਗੁਰੂ ਤੋਂ ਮੰਗਦੇ ਰਹੇ ਹਾਂ ਕਿ ਹੇ ਵਾਹਿਗੁਰੂ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ ਤੋਂ ਬਚਾਉਣਾ। ਤੇ ਵਾਹਿਗੁਰੂ ਕਹਿੰਦੇ ਨੇ ਤੁਹਾਨੂੰ ਕਹਿੰਦਾ ਕੌਣ ਹੈ ਕਿ ਤੁਸੀਂ ਇਹਨਾਂ 'ਚ ਪਾਓ। ਬਚਾਉਣਾ ਤੁਹਾਡੇ ਆਪਣੇ ਹੱਥ 'ਚ ਹੈਗਾ, ਤੇ ਤੁਸੀਂ ਆਪਣੇ ਦਿਲ 'ਚ ਨਿਸ਼ਚੈ ਕਰੋ ਕਿ ਅਸੀਂ ਪਵਿੱਤਰ ਜੀਵਨ 'ਚ ਰਹਿਣਾ ਹੀ। ਜਦੋਂ ਆਪਣਾ ਨਿਸ਼ਚੈ ਤੁਹਾਡਾ ਪੱਕਾ ਹੋਏਗਾ, ਤੇ ਤੁਸੀਂ ਜਨ ਜਨ ਦੀ ਸੇਵਾ ਕਰਨਗੇ, ਤੁਹਾਨੂੰ ਕੋਈ ਸਵਾਲ ਨਹੀਂ ਕਰੇਗਾ ਇਹ ਕਿਉਂ ਨਹੀਂ, ਉਹ ਕਿਉਂ ਨਹੀਂ। ਬਸ ਜੀ, ਮੈਨੂੰ ਲੱਗਦਾ
ਤੁਹਾਡੇ ਪ੍ਰਸ਼ਨ ਦਾ ਹੱਲ ਤੁਹਾਨੂੰ ਮਿਲ ਗਿਆ ਤੇ ਬੜੇ ਪਿਆਰ ਤੇ ਤੁਸੀਂ ਆਪਣਾ ਜੀਵਨ ਬਤੀਤ ਕਰ ਸਕਦੇ ਹੋ। ਭਾਜੀ ਬਾਰ-ਬਾਰ ਬਾਬਾ ਮੋਲੀ ਤੇ ਬੋਲਦੇ ਨਸ਼ਟੋ ਮੋਹਾ ਬਣੋ, ਤੇ ਨਸ਼ਟੋ ਮੋਹਾ ਕਿੱਦਾਂ ਬਣੀਏ? ਹੋ ਹੀ ਨਹੀਂ ਪਾਉਂਦਾ। ਦੇਖੋ ਜੀ, ਕੋਈ ਵੀ ਗੱਲ ਹੈ ਤੇ ਥੋੜਾ ਵਿਚਾਰ ਤੇ ਕਰਨਾ ਪਏਗਾ ਨਾ ਉਹਦੇ ਤੇ। ਜੀ। ਹੁਣ ਦੇਖੋ, ਘਰ 'ਚ ਬੱਚੇ ਹੁੰਦੇ ਆ, ਭੈਣ ਭਰਾ ਹੁੰਦੇ ਆ, ਮਾਤਾ ਪਿਤਾ ਹੁੰਦੇ ਆ, ਤੇ ਉਹਨਾਂ ਦੇ ਨਾਲ ਪਰਿਵਾਰਿਕ ਪਿਆਰ ਤੇ ਰਹਿੰਦਾ ਹੀ ਨਾ। ਜੀ। ਲੇਕਿਨ ਪਰਿਵਾਰਿਕ ਪਿਆਰ 'ਚ ਪਰਿਵਾਰ ਦੇ ਜਿਹੜੇ ਵੱਡੇ ਹੁੰਦੇ ਆ ਉਹ ਬੱਚਿਆਂ ਨੂੰ ਬਹੁਤ ਪਿਆਰ ਨਾਲ ਗਾਈਡ ਕਰਦੇ ਆ, ਸਿੱਖਿਆ ਦਿੰਦੇ ਆ, ਤਾਂ ਕਿ ਉਹ ਬੱਚੇ ਲਾਇਕ ਬਣਨ, ਜੀ। ਮਾਤਾ ਪਿਤਾ ਦਾ ਨਾਮ ਰੋਸ਼ਨ ਹੋਏ, ਸਮਾਜ 'ਚ ਉਹਨਾਂ ਦੀ ਇੱਜ਼ਤ ਬਣੇ। ਹੋਏ। ਬਹੁਤ ਸਾਰੀਆਂ ਗੱਲਾਂ ਇਹੋ ਜਿਹੀਆਂ ਹੀ। ਲੇਕਿਨ ਕਦੀ ਕਦੀ ਇਹ ਵੀ ਦੇਖਿਆ ਕਿ ਬੱਚੇ ਜਦੋਂ ਪੜ੍ਹਾਈ ਕਰਦੇ ਆ, ਕਾਲਜ 'ਚ ਪੜ੍ਹਦੇ ਆ, ਯੂਨੀਵਰਸਿਟੀ 'ਚ ਜਾਂਦੇ ਆ, ਤੇ ਮਾਤਾ ਪਿਤਾ ਸੋਚਦੇ ਹੁਣ ਤੇ ਵੱਡੇ ਹੋ ਗਏ, ਹੁਣ ਆਪਣੇ ਆਪ ਇਹ ਚੱਲਣਗੇ, ਉਹਨਾਂ ਦਾ ਧਿਆਨ ਨਹੀਂ ਰੱਖਦੇ ਫਿਰ। ਔਰ ਦੇਖਿਆ ਗਿਆ ਕਿ ਅਗਰ ਬੱਚਿਆਂ ਨੂੰ ਮਾਤਾ ਪਿਤਾ ਥੋੜ੍ਹਾ ਅਟੈਂਸ਼ਨ ਦਿੰਦੇ ਰਹਿੰਦੇ ਆ, ਤੇ ਉਹ ਬੱਚੇ ਪੜ੍ਹਦੇ ਵੀ ਬਹੁਤ ਅੱਛਾ ਆਪਣਾ ਹੁਸ਼ਿਆਰ ਹੋ ਕਰਕੇ ਐਗਜ਼ਾਮਸ ਦੇਣਗੇ, ਔਰ ਮਾਂ ਬਾਪ ਦਾ ਨਾਂ ਰੋਸ਼ਨ ਕਰਨਗੇ, ਸਮਾਜ ਦਾ ਨਾਂ ਰੋਸ਼ਨ ਕਰਨਗੇ, ਆਪਣੇ ਸ਼ਹਿਰ ਦਾ, ਆਪਣੇ ਪਿੰਡ ਦਾ ਨਾਮ ਰੋਸ਼ਨ ਕਰਨਗੇ। ਇਹ ਖਾਸ ਦੇਖਣ ਦੀ ਗੱਲ ਹੈ। ਔਰ ਅਗਰ ਸਮਝੋ ਮਾਂ ਦਾ ਜਾਂ ਬਾਪ ਦਾ ਮੋਹ ਹੈ ਕਿਸੇ 'ਚ, ਜੀ ਬਿਲਕੁਲ, ਫਿਰ ਉਹ ਬੱਚਿਆਂ ਨੂੰ ਇੱਕ ਪਾਸੇ ਤੇ ਚਾਹੁੰਦੇ ਆ ਕਿ ਬੱਚੇ ਲਾਇਕ ਬਣਨ, ਦੂਜੇ ਪਾਸੇ ਉਹਨਾਂ ਨੂੰ ਥੋੜਾ ਜਿਹਾ ਅੱਖ ਵੀ ਦਿਖਾਉਂਦੇ ਰਹਿੰਦੇ, ਡਾਂਟਦੇ ਵੀ ਰਹਿੰਦੇ, ਮੋਹ ਦੇ ਵਸ਼। ਬਿਲਕੁਲ। ਫਿਰ ਬੱਚੇ ਉਹਨਾਂ ਤੋਂ ਡਿਟੈਚ ਹੋਣਾ ਸ਼ੁਰੂ ਕਰ ਦਿੰਦੇ ਆ, ਦੂਰ ਜਾਣਾ ਸ਼ੁਰੂ ਕਰ, ਔਰ ਇਸ ਕਰਕੇ ਮਾਂ-ਬਾਪ ਦੀ ਜਿਹੜੀ ਸਿੱਖਿਆ ਉਹਦਾ ਲਾਭ ਨਹੀਂ ਲੈ ਸਕਦੇ। ਤੇ ਕੀ ਚਾਹੀਦਾ ਕੀ ਹੈ ਕਿ ਸਾਡਾ ਬੱਚਿਆਂ ਦੇ ਪ੍ਰਤੀ ਰੂਹਾਨੀ ਪਿਆਰ ਚਾਹੀਦਾ, ਮੋਹ ਨਹੀਂ ਚਾਹੀਦਾ। ਅੱਛਾ। ਮੋਹ ਵਿਕਾਰਾਂ 'ਚ ਗਿਣਿਆ ਜਾਂਦਾ ਹੈ। ਅੱਛਾ। ਕਾਮ, ਕ੍ਰੋਧ, ਲੋਭ, ਮੋਹ। ਜੀ। ਤੇ ਮੋਹ ਵਸ਼ ਦੁੱਖ ਮਿਲਦਾ ਹੀ। ਔਰ ਉਹੀ ਅਗਰ ਤੁਸੀਂ ਆਤਮਿਕ ਪਿਆਰ ਦੇ ਨਾਲ ਸਾਰਾ ਕੁਝ ਕਰਨਗੇ ਤੇ ਸੁਖੀ ਰਹਿਣਗੇ, ਉਹ ਸੁਖ ਦੇਣ, ਬੱਚੇ ਵੀ ਸੁਖੀ ਰਹਿਣਗੇ, ਉਹ ਤੁਹਾਨੂੰ ਸੁਖ ਦੇਣਗੇ। ਜੀ ਭਾਜੀ, ਵ੍ਰਿਤੀ ਜਿਹੜੀ ਸਾਡੀ ਹੁੰਦੀ ਉਹ ਚੰਚਲ ਹੁੰਦੀ, ਤੇ ਉਹਨੂੰ ਅਚਲ ਬਣਾਉਣ ਵਾਸਤੇ ਅਸੀਂ ਕਿੱਦਾਂ ਬਾਬਾ ਨੂੰ ਯਾਦ ਕਰੀਏ, ਸਾਡੀ ਵ੍ਰਿਤੀ ਚੰਚਲ ਨਾ ਹੋਵੇ? ਵ੍ਰਿਤੀ ਚੰਚਲ ਹੁੰਦੀ ਹੈ ਜਦੋਂ ਵਿਅਕਤੀ ਨਾਮ ਰੂਪ ਦੀ ਤਰਫ ਅਟੈਂਸ਼ਨ ਦਿੰਦਾ ਹੈ। ਜੀ। ਔਰ ਉਸ ਕਰਕੇ ਫਿਰ ਉਹਦੇ ਬਾਰੇ 'ਚ ਜਿਸ ਵਿਅਕਤੀ ਦੀ ਤਰਫ ਧਿਆਨ ਦਿੰਦੇ ਆ, ਫਿਰ ਉਹਦੇ ਬਾਰੇ 'ਚ ਪਤਾ ਨਹੀਂ ਕੀ ਸੋਚਦੇ ਰਹਿੰਦੇ ਆ। ਈਸ਼ਵਰੀ ਗਿਆਨ ਦੇ ਅਨੁਸਾਰ ਬਾਬਾ ਨੇ, ਪਰਮ ਪਿਤਾ ਪਰਮਾਤਮਾ ਨੇ ਸਾਨੂੰ ਇਹ ਯਾਦ ਦਿਲਾਇਆ ਕਿ ਤੁਸੀਂ ਸਰੀਰ ਦੇ ਅੰਦਰ ਜਿਹੜੀ ਆਤਮਾ ਹੈ, ਭ੍ਰਿਕੁਟੀ ਦੇ ਵਿੱਚ ਰਹਿੰਦੀ ਹੈ, ਤੁਹਾਡਾ ਧਿਆਨ ਉੱਧਰ ਅਗਰ ਰਹੇਗਾ, ਤੁਹਾਡਾ ਜਿਹੜਾ ਵਾਰਤਾਲਾਪ ਹੈ ਉਹ ਆਤਮਾ ਦੇ ਨਾਲ ਰਹੇਗਾ, ਔਰ ਇਹ ਵੀ ਯਾਦ ਰਹੇਗਾ ਕਿ ਇਹ ਆਤਮਾ ਵੀ ਸ਼ਿਵ ਬਾਬਾ ਦੀ ਸੰਤਾਨ ਹੈ, ਮੈਂ ਵੀ ਸ਼ਿਵ ਬਾਬਾ ਦੀ ਸੰਤਾਨ,
ਤੇ ਉਹ ਜਿਹੜਾ ਜਿਹਨੂੰ ਕਹਿੰਦੇ ਆ ਭਾਈ ਭਾਈ ਦੀ ਦ੍ਰਿਸ਼ਟੀ, ਅਗਰ ਉਹ ਆਤਮਿਕ ਦ੍ਰਿਸ਼ਟੀ ਹੈ, ਭਾਈ ਭਾਈ ਦੀ ਦ੍ਰਿਸ਼ਟੀ ਹੈ, ਤੇ ਫਿਰ ਕੋਈ ਵੀ ਨੈਗੇਟਿਵ ਗੱਲ ਮਨ 'ਚ ਨਹੀਂ ਆਉਂਦੀ। ਮਨ ਚ ਨਹੀਂ ਆਈ। ਔਰ ਵਾਸਤਵ 'ਚ ਅਗਰ ਕਿਸੇ ਨੇ ਸਦਾ ਸੁਖੀ ਰਹਿਣਾ ਹੀ ਇਹੋ ਜਿਹਾ ਲਕਸ਼ ਹੋਏ, ਤੇ ਸਦਾ ਸੁਖੀ ਰਹਿਣ ਵਾਸਤੇ ਬਾਬਾ ਸਾਨੂੰ ਬਾਰ-ਬਾਰ ਯਾਦ ਦਿਲਾਉਂਦੇ ਆ, ਬੱਚੇ ਨਿਰੰਤਰ याद की यात्रा पर रहो, निरंतर सोचो मैं शुद्ध आत्मा शिव बाबा दी संतान है, और ਉਸੇ ਸੰਕਲਪ ਨਾਲ ਹਰ ਇੱਕ ਦੀ ਤਰਫ ਧਿਆਨ ਦਿਓ ਕਿ ਇਹ ਵੀ ਸ਼ਿਵ ਬਾਬਾ ਦੇ ਬੱਚੇ ਹੈ। ਸ਼ਿਵ ਬਾਬਾ ਔਰ ਨਾਲ ਸਾਲੀਗ੍ਰਾਮ ਜਿਹੜੇ ਪੂਜੇ ਜਾਂਦੇ ਆ, ਅਸੀਂ ਉਹ ਚੇਤਨ ਸਾਲੀਗ੍ਰਾਮ ਹੈਗੇ ਆ। ਤੇ ਜਦੋਂ ਤੁਹਾਡੀ ਦ੍ਰਿਸ਼ਟੀ ਰੂਹਾਨੀ ਦ੍ਰਿਸ਼ਟੀ ਰਹੇਗੀ, ਤੇ ਫਿਰ ਤੁਹਾਨੂੰ ਕੋਈ ਵਿਅਰਥ ਸੰਕਲਪ ਨਹੀਂ ਆਉਣਗੇ, ਕੋਈ ਮਾਇਆਵੀ ਸੰਕਲਪ ਨਹੀਂ ਆਉਣਗੇ, ਔਰ ਤੁਸੀਂ ਬਹੁਤ ਸਦਾ ਲਾਈਟ ਰਹਿਣਗੇ, ਉਹ ਖੁਸ਼ ਰਹਿਣਗੇ। ਤੇ ਉਹ 'ਚ ਸਾਡੇ ਬਾਬਾ ਦੀ ਯਾਰ ਬਣ ਰਹੀ। ਬਾਬਾ ਦੇ ਨਾਲ ਮਨ ਲਗਾਉਂਦੇ ਰਹਿਣਗੇ, ਤਾਂ ਹੀ ਇਹ ਬਣੇਗੀ, ਨਹੀਂ ਤੇ ਉਸ ਤਰ੍ਹਾਂ ਨਹੀਂ ਬਣੇਗੀ। ਜੀ ਜੀ ਬਿਲਕੁਲ। ਭਾਜੀ ਟਰਸਟੀ ਦੀ ਵਿਸ਼ੇਸ਼ਤਾ ਕੀ ਹੋਣੀ? ਟਰਸਟੀ ਦਾ ਮਤਲਬ ਹੈ ਕਿ ਜੋ ਕੁਝ ਵੀ ਹੈ, ਜੀ ਅਗਰ ਤੁਸੀਂ ਨਿਸ਼ਚੈ ਕਰ ਲਿਆ ਕਿ ਜੋ ਕੁਝ ਮੈਨੂੰ ਅੱਜ ਜੀਵਨ 'ਚ ਪ੍ਰਾਪਤ ਹੋਇਆ, ਇਹ ਉਸ ਦਾਤਾ ਦੀ ਦੇਣ ਹੈ। ਸ਼ਿਵ ਬਾਬਾ ਨੇ ਮੈਨੂੰ ਇਹ ਆਪਣੇ ਜੀਵਨ 'ਚ ਇਤਨੀ ਪ੍ਰਾਪਤੀ ਕਰਾਈ ਹੈ, ਤੇ ਉਹਨਾਂ ਦੀ ਇਹ ਮਿਹਰਬਾਨੀ ਕਹਿ ਲਓ, ਉਹਨਾਂ ਦੀ ਕਿਰਪਾ ਕਹਿ ਲਓ, ਉਹਨਾਂ ਦਾ ਵਰਦਾਨ ਕਹਿ ਲਓ। ਔਰ ਅਗਰ ਅਸੀਂ ਸਮਰਪਿਤ ਭਾਵ ਨਾਲ ਇਹ ਮੰਨ ਕੇ ਚੱਲਦੇ ਹਾਂ ਕਿ ਜੋ ਕੁਝ ਵੀ ਹੈ ਇਹ ਈਸ਼ਵਰ ਦਾ ਦਿੱਤਾ ਹੋਇਆ ਹੀ, ਈਸ਼ਵਰ ਦੇ ਕਾਰਜ 'ਚ ਅਸੀਂ ਲਗਾਉਣਾ ਚਾਹੁੰਦੇ ਹਾਂ, ਤੇ ਅਸੀਂ ਉਹਦੇ ਟਰਸਟੀ ਬਣ ਜਾਂਦੇ ਹਾਂ। ਜੋ ਟਰਸਟੀ ਹੁੰਦਾ ਹੀ, ਉਹ ਸੇਵਾ ਉਸ ਧਨ ਦੇ ਨਾਲ ਜ਼ਰੂਰ ਕਰਦਾ। ਜੀ ਜਿੱਥੇ ਵੀ ਜ਼ਰੂਰਤ ਹੁੰਦੀ ਹੈ, ਬੱਚਿਆਂ ਦੀ ਪੜ੍ਹਾਈ ਵਾਸਤੇ ਕੋਈ ਐਸੇ ਸਥਾਨ ਬਣਾਉਣੇ ਹੈ, ਕਈ ਇਹੋ ਜਿਹੀ ਨੈਚੁਰਲ ਕੈਲੈਮਿਟੀਜ਼ ਹੁੰਦੀਆਂ, ਉਸ ਵੇਲੇ ਜ਼ਰੂਰਤ ਹੁੰਦੀ ਹੈ ਮਦਦ ਕਰਨ ਦੀ, ਉਹਦੇ 'ਚ ਮਦਦ ਕਰਨਗੇ। ਗਰੀਬਾਂ ਵਾਸਤੇ ਜਾਂ ਬਿਮਾਰਾਂ ਵਾਸਤੇ ਹਸਪੀਟਲ ਬਣਾਉਣਗੇ, ਅੱਛੇ ਅੱਛੇ ਕੰਮ ਕਰਦੇ ਆ। ਤੇ ਉਹ ਤਾਂ ਹੀ ਕਰ ਸਕਦੇ ਆ ਜਦੋਂ ਟਰਸਟੀ ਹੋ ਕਰਕੇ, ਔਰ ਫਿਰ ਜਿੱਥੇ ਆਵਸ਼ਕਤਾ ਹੋਏਗੀ ਉਹ ਜ਼ਰੂਰ ਕਾਰਜ ਇਹੋ ਜਿਹਾ ਕਰਨਗੇ ਜਿਹੜਾ ਹਰ ਇੱਕ ਨੂੰ ਸੁੱਖ ਦੇਗਾ, ਔਰ ਸਾਰੀ ਦੁਨੀਆ ਵਾਲੇ ਉਹਨਾਂ ਦੀ ਤਾਰੀਫ ਕਰਨਗੇ। ਇਹਨਾਂ ਨੇ ਬੜਾ ਅੱਛਾ ਕੰਮ ਕੀਤਾ, ਇਹਨਾਂ ਨੇ ਬੜਾ ਪੁੰਨ ਦਾ ਕੰਮ ਕੀਤਾ। ਤੇ ਇਹ ਥੋੜ੍ਹਾ ਜਿਹਾ ਧਿਆਨ ਰੱਖੀਦਾ ਹੀ ਕਿ ਜੋ ਕੁਛ ਵੀ ਅਸੀਂ, ਮੈਂ ਅਗਰ ਕਿਸੇ ਟਰਸਟ ਦਾ ਟਰਸਟੀ ਹੈ, ਤੇ ਟਰਸਟ 'ਚ ਬਹੁਤ ਕੁਛ ਹੁੰਦਾ ਹੀ, ਪੈਸਾ ਵੀ ਹੁੰਦਾ ਹੀ, ਪ੍ਰੋਪਰਟੀ ਵੀ ਹੁੰਦੀ, ਸਭ ਕੁਛ, ਲੇਕਿਨ ਮੈਂ ਟਰਸਟੀ ਹੈਗਾ ਹੀ, ਮੈਂ ਉਹਦਾ ਮਾਲਿਕ ਨਹੀਂ ਹੈਗਾ। ਜੀ ਲੇਕਿਨ ਮਾਲਿਕ ਤੋਂ ਵੀ ਜ਼ਿਆਦਾ ਟਰਸਟੀ ਉਸ ਪ੍ਰਾਪਰਟੀ ਦਾ ਪੂਰਾ ਧਿਆਨ ਰੱਖਦੇ ਆ, ਉਹਦੀ ਬਿਲਕੁਲ ਕਾਰੋਬਾਰ ਜਿਹੜੀ ਚੱਲਦੀ ਜ਼ਿੰਮੇਵਾਰੀ ਬਹੁਤ ਅੱਛੀ ਜ਼ਿੰਮੇਦਾਰੀ ਨਾਲ ਕਰਦੇ ਨੇ, ਔਰ ਕੋਈ ਕਮੀ ਹੋਏਗੀ ਤਾਂ ਉਹਨੂੰ ਪੂਰਾ ਕਰਨਗੇ। ਔਰ ਥੋੜ੍ਹਾ ਜਿਹਾ ਉਹਦੇ 'ਚ ਇਹ ਖਿਆਲ ਰਹਿੰਦਾ ਹੀ ਕਿ ਜੋ ਵੀ ਸਾਡੇ ਉੱਪਰ ਵਿਸ਼ਵਾਸ ਕੀਤਾ ਹੀ ਸਭ ਨੇ, ਤੇ ਅਸੀਂ ਉਹਨਾਂ ਦਾ ਵਿਸ਼ਵਾਸ ਨੂੰ ਕਾਇਮ ਰੱਖਣ ਵਾਸਤੇ ਅੱਛੇ ਤੋਂ ਅੱਛੇ ਆਪਣਾ ਸਮੇਂ ਵੀ ਦਈਏ, ਆਪਣਾ ਅਨੁਭਵ ਵੀ ਉਹਦੇ 'ਚ ਲਗਾਈਏ, ਆਪਣਾ ਜੋ ਸੋਚ ਹੈ ਉਹਦੇ ਜ਼ਰੀਏ ਵੀ ਅਸੀਂ ਉਸ ਟਰਸਟ ਦੇ ਜ਼ਰੀਏ ਅਨੇਕਾਂ ਦੀ ਸੇਵਾ ਕਰੀਏ।
ਤਾਂ ਹੀ ਉਹ ਟਰਸਟੀ ਕੇ ਲੈ ਜਾਂਦਾ ਜੀ। ਭਾਜੀ ਤੁਸੀਂ ਅੱਜ ਸਾਡੇ ਇਸ ਕਾਰਜਕ੍ਰਮ 'ਚ ਬਹੁਤ ਅੱਛੇ ਸਵਾਲ ਦਾ ਆਨਸਰ ਦਿੰਦੇ। ਮੈਨੂੰ ਲੱਗਦਾ ਕਿ ਅਸੀਂ ਤੁਹਾਡੀ ਇਹ ਮੁੱਖ ਬਾਣੀ ਤੇ ਇਹ ਗਿਆਨ ਸੁਣਦੇ ਰਹੀਏ। ਮੇਰੇ ਪ੍ਰਸ਼ਨ ਤਾਂ ਖਤਮ ਹੋ ਜਾਣੇ ਪਰ ਤੁਹਾਡਾ ਗਿਆਨ ਖਤਮ ਨਹੀਂ ਹੋ ਸਕਦਾ। ਇਹ ਮੈਨੂੰ ਜਿਤਨਾ ਵੀ ਤੁਸੀਂ ਅੱਜ ਦਿਨ ਤੱਕ ਜਿਹੜੀ ਪਾਲਣਾ ਲਈ, ਜੀ ਗਿਆਨ ਲਿਆ, ਜੀ ਆਪਣਾ ਜੀਵਨ ਦਿੱਤਾ, ਇਹ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਕਾਰਜਕ੍ਰਮ 'ਚ ਆਉਂਦੇ ਧੰਨਵਾਦ ਜੀ।